मियावाकी जंगल जो है इसको एक ख़ास नाम दिया गया। कहते हैं कि ये ख़ास टेक्निक इस्तेमाल करके ये जंगल उगाए जाते हैं। वो टेक्निक क्या है? ਤੇ ਤੁਸੀਂ ਆਪਣੇ ਘਰ ਦੇ ਵਿੱਚ ਇਹ ਜੰਗਲ ਲਾਓ 5 ਮਰਲੇ ਦੇ ਅੰਦਰ। कैसे लगाया जा सकता है मियावाकी जंगल अपने घर में? ਇਹਨਾਂ ਦਾ ਮਕਸਦ ਜਿਹੜਾ ਹੈ ਉਹ ਹੈ ਕਿ ਇਹ ਜੰਗਲ ਜਿਹੜੇ ਨੇ ਇਹਨਾਂ ਅੰਦਰ ਜਦੋਂ ਤੁਸੀਂ ਹਰ ਕਿਸਮ ਦੇ ਪੌਦੇ ਲਾਉਂਦੇ ਹੋ ਤਾਂ ਉਹ ਥੱਲੇ ਪਾਣੀ ਨੂੰ ਇੱਕ ਪਿਓਰ ਕਰਦੇ ਨੇ। हेलो पाकिस्तान, आज़ाद डिजिटल कसूर से मैं हूं आपके साथ ज़ाहिर महमूद। नाज़रीन, आज हम आपको लेकर आए हैं दुनिया में जदीद तरीन टेक्नोलॉजी से लगाए गए जंगल मियावाकी जंगल में। और मेरे साथ इस वक्त मौजूद हैं इकबाल कैसर साहब, जो ललियानी ज़िला कसूर से ताल्लुक़ रखते हैं। और ये जो मियावाकी जंगल है ये इनकी ज़मीन पर लगाया गया है। 1.5 कनाल की ये ज़मीन है और इसमें 550 पौधे जो हैं वो लगाए गए हैं। और इनकी ये ख़ास बात ये है कि ये जिस टेक्निक से ये जंगलात उगाए जाते हैं मियावाकी जंगलात, इनमें इस तरह के जंगलात या पौधे उगाने से बहुत कम वक्त में बहुत ज़्यादा ग्रोथ जो हैं ये पौधे शो करते हैं। और फिर उसके अलावा इसकी ख़ास बात ये भी है कि ये पौधे मकामी पौधे जो हैं वो इस्तेमाल किए जाते हैं ताकि यहाँ पर चरिंद परिंद भी जो हैं वो अपने घोंसले बना सकें। तो हम इकबाल कैसर साहब से बात करते हैं और जानते हैं कि ये टेक्निक कब डेवलप हुई, कैसे डेवलप हुई, इसके क्या फ़वाइद हैं और आजकल जो हमें माहौलियाती बदलाव के जो मसाइल का सामना है उसके लिए जंगलात लगाने की ये जो जदीद टेक्नोलॉजी है वो किस तरह हमारे काम आ सकती है। अस्सलाम वालेकुम जी वालेकुम सलाम। इकबाल साहब, हमें ये बताइए कि ये जो मियावाकी जंगल हैं ये कहाँ से शुरू हुए, कैसे शुरू हुए, कैसे लगाए जाते हैं? जी ये जापानी टेक्निक है और जापानी टेक्निक ਜਿਹੜੀ ਜਿਸ ਬੰਦੇ ਨੇ ਕੰਮ ਸ਼ੁਰੂ ਕੀਤਾ ਮਿਆਵਾਕੀ ਉਸਦਾ ਨਾਮ ਸੀ ਔਰ ਉਹਦੇ ਨਾਮ ਤੋਂ ਹੀ ਇਹ ਟੈਕਨੀਕ ਦੁਨੀਆ ਭਰ ਵਿੱਚ ਮਸ਼ਹੂਰ ਹੋਈ। ਇੱਕ ਛੋਟੇ ਛੋਟੇ ਜੰਗਲ, ਇਹਨਾਂ ਦਾ ਮਕਸਦ ਜਿਹੜਾ ਹੈ ਉਹ ਹੈ ਕਿ ਇਹ ਜੰਗਲ ਜਿਹੜੇ ਨੇ ਇਹਨਾਂ ਅੰਦਰ ਜਦੋਂ ਤੁਸੀਂ ਹਰ ਕਿਸਮ ਦੇ ਪੌਦੇ ਲਾਉਂਦੇ ਹੋ ਤਾਂ ਉਹ ਥੱਲੇ ਪਾਣੀ ਨੂੰ ਇੱਕ ਪਿਓਰ ਕਰਦੇ ਨੇ, ਦੂਸਰਾ ਪਾਣੀ ਦਾ ਸਤਹ ਬੁਲੰਦ ਕਰਦੇ ਨੇ ਔਰ ਜਿਹੜੀ ਜ਼ਮੀਨ ਦੇ ਅੰਦਰ ਥੱਲੇ ਪਾਣੀ ਜਾ ਰਿਹਾ ਹੈਗਾ ਉਹਨੂੰ ਉੱਤੇ ਲੈ ਕੇ ਆਉਂਦੇ ਨੇ। ਫਿਰ ਇਹਨਾਂ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਤੁਸੀਂ ਦੂਸਰੀ ਜ਼ਮੀਨ ਤੋਂ ਲਿਆ ਕੇ ਜਾਂ ਦੂਸਰੇ ਮੁਲਕ ਤੋਂ ਲਿਆ ਕੇ ਜਿਹੜੇ ਪੌਦੇ ਪਲਾਂਟ ਕਰਦੇ ਹੋ ਉਹਨਾਂ ਉੱਤੇ ਮਕਾਮੀ ਪਰਿੰਦੇ ਨਹੀਂ ਬੈਠਦੇ। ਮਕਾਮੀ ਪਰਿੰਦੇ ਜਿਹੜੇ ਨੇ ਉਹ ਆਪਣੇ ਮਕਾਮੀ ਜਿਹੜੇ ਦਰਖਤ ਹੁੰਦੇ ਨੇ ਜਾਂ ਪੌਦੇ ਹੁੰਦੇ ਉਹਨਾਂ ਉੱਤੇ ਆਪਣੇ ਆਲਣੇ ਬਣਾਉਂਦੇ ਨੇ, ਘੋਂਸਲੇ ਬਣਾਉਂਦੇ ਨੇ। ਸੋ ਇਸ ਵਾਸਤੇ ਇਹਦੇ 'ਚ ਇਸ ਟੈਕਨੀਕ ਦੇ ਵਿੱਚ ਇਹ ਵੀ ਜ਼ਰੂਰੀ ਹੈ ਕਿ ਆਪਣੇ ਤੁਸੀਂ ਜਿਸ ਇਲਾਕੇ 'ਚ ਵੀ ਲਾਓ ਆਪਣੇ ਮਕਾਮੀ ਪੌਦੇ ਲਾਓ। ਸੋ ਪੰਜਾਬ ਦੇ ਅੰਦਰ ਜਿਹੜੇ ਜਿਸ ਤਰ੍ਹਾਂ ਕਿ ਮੇਰੇ ਸਾਹਮਣੇ ਆ ਰਿਹਾ ਕਿੱਕਰ ਦਾ ਪੌਦਾ ਹੈ, ਇਸ ਤਰ੍ਹਾਂ ਸਾਡੇ ਕੋਲ ਸ਼੍ਰੀ ਹੈ, ਬਿਲਕੁਲ ਮੇਰੇ ਬਿਲਕੁਲ ਪਿੱਛੇ ਸੁਹਾਂਜਣਾ ਖਲੋਤਾ ਹੋਇਆ ਹੈ, ਤੂਤ ਹੈ, ਟਾਲੀ ਹੈ, ਜੰਮੂ ਹੈ। ਇਹ ਮੁxtਲਿਫ ਕਿਸਮ ਦੇ ਜਿਹੜੇ ਪੌਦੇ ਨੇ ਜਿਹਨਾਂ ਦੀ ਗਰੋਥ ਇਸ ਧਰਤੀ ਦੀ ਹੈਗੀ ਹੈ, ਇਸ ਜ਼ਮੀਨ ਦੀ ਹੈਗੀ ਹੈ ਔਰ ਉਹ ਇਹਨਾਂ ਨੂੰ ਲਾਇਆ ਗਿਆ। ਅੱਛਾ, ਇਹਦੇ 'ਚ ਫਿਰ ਇਹ ਵੀ ਹੈ ਕਿ ਇਹ ਜ਼ਮੀਨ ਦੇ ਅੰਦਰ ਜਿਹੜੇ ਲਾਏ ਜਾਂਦੇ ਨੇ ਇਹਨਾਂ ਦੀਆਂ ਅੰਦਰ ਜਿਹੜੀਆਂ ਜੜ੍ਹਾਂ ਨੇ ਉਹ ਇੱਕ ਦੂਜੇ ਨਾਲ ਮਿਲਦੀਆਂ ਨੇ ਤਾਂ ਉਹਦੇ ਨਾਲ ਇੱਕ ਨਵੀਂ ਜਿਹੜੀ ਹੈ ਉਹ ਗਰੋਥ ਹੁੰਦੀ ਹੈ। ਫਿਰ ਇਹਨਾਂ ਪੌਦਿਆਂ ਦੇ ਅੰਦਰ ਪਰਿੰਦੇ ਤੇ ਆਉਂਦੇ ਨੇ, ਉਹ ਸਭ ਕੁਝ ਠੀਕ ਹੈ, ਪਾਣੀ ਵੀ ਪਿਓਰ ਹੁੰਦਾ ਹੈ, ਲੇਕਿਨ ਇਹ ਜਿਹੜੇ ਪੌਦੇ ਨੇ ਇਹ ਇੰਨੇ ਘਣੇ ਪੌਦੇ ਹੁੰਦੇ ਨੇ ਕਿ ਇਹਨਾਂ 'ਚ ਇੱਕ ਪੂਰਾ ਜੰਗਲ ਦਾ ਮਾਹੌਲ ਬਣਦਾ ਹੈ। ਅੱਜ ਦੁਨੀਆ ਦੇ ਵਿੱਚੋਂ ਅਸੀਂ ਜੰਗਲ ਖਤਮ ਕੀਤੇ ਜਾ ਰਹੇ ਹਾਂ, ਆਕਸੀਜਨ ਸਾਡੇ ਬਹੁਤ ਜਿਹੜੀ ਉਹ ਘਟਦੀ ਜਾ ਰਹੀ ਹੈ, ਮਾਹੌਲ ਖਰਾਬ ਹੋ ਰਿਹਾ ਹੈ। ਇਹ ਮਿਲ ਕੇ ਜਿਹੜੇ ਪੌਦੇ ਨੇ ਇਹ ਉਸ ਹਵਾ ਨੂੰ ਪਿਓਰ ਕਰਦੇ ਨੇ, ਸਾਫ਼ ਕਰਦੇ ਨੇ ਔਰ ਸਾਨੂੰ ਜ਼ਿੰਦਾ ਰਹਿਣ ਵਾਸਤੇ ਜ਼ਿੰਦਗੀ عطا ਕਰਦੇ ਨੇ। ਸੋ ਅਸੀਂ ਇਹ ਇਕੋ ਸਿੱਖ ਵਾਲਿਆਂ ਦਾ ਇੱਕ ਪ੍ਰੋਜੈਕਟ ਸੀ ਕਿ ਦੁਨੀਆ ਭਰ ਦੇ ਵਿੱਚ ਬਾਬੇ ਨਾਨਕ ਦੇ 550ਵੇਂ ਜਨਮ ਦਿਨ ਦੇ ਉੱਤੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਲਾਏ। ਤੋ ਇੰਡੀਆ 'ਚ ਬਹੁਤ ਸਾਰੇ ਜੰਗਲ ਲੱਗੇ, ਉਹਨਾਂ ਨੇ ਜਾਪਾਨ 'ਚ ਵੀ ਲਾਏ, ਹੋਰ ਮੁਲਕਾਂ 'ਚ ਬਹੁਤ ਸਾਰੇ ਜੰਗਲ ਲੱਗੇ। ਪਾਕਿਸਤਾਨ ਦੇ ਅੰਦਰ ਇੱਕੋ ਇੱਕ ਜੰਗਲ ਲੱਗਾ ਔਰ ਉਹ ਇਹ ਲੱਗਾ ਜਿੱਥੇ ਅਸੀਂ ਖਲੋਤੇ ਹੋਏ ਹਾਂ। पहला जंगल ये था। ਪਹਿਲਾ ਜੰਗਲ ਇਹੋ ਹੀ ਸੀ ਔਰ ਬਾਅਦ ਦੇ ਵਿੱਚ ਇਹਨੂੰ ਪਿਛਲੀ ਸਰਕਾਰ ਜਿਹੜੀ ਸੀ ਉਹਨੇ ਅਡਾਪਟ ਵੀ ਕੀਤਾ। ਅਡਾਪਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਰਿੰਗ ਰੋਡ ਹੈ ਲਾਹੌਰ ਉਹਦੇ ਗਿਰਦੋ ਗਿਰਦ ਲਾਏ ਜਾਣਗੇ, ਲੇਕਿਨ ਉਹ ਬਿਊਰੋਕ੍ਰੇਸੀ ਨੇ ਉਹਦਾ ਜੋ ਕੁਝ ਕਰਨਾ ਸੀ ਉਹਦਾ ਹੁਲੀਆ ਵਿਗਾੜ ਦਿੱਤਾ। ਉਹਨਾਂ ਨੇ ਆਪਣੇ ਹਿਸਾਬ ਨਾਲ ਨੂੰ ਲਾਇਆ ਜਿਹੜਾ ਕਿ ਉਸ ਤਰੀਕੇ ਨਾਲ ਗਰੋਥ ਨਹੀਂ ਕਰ ਸਕਿਆ। अच्छा, मियावाकी जंगल जो है इसको एक ख़ास नाम दिया गया। कहते हैं कि ये ख़ास टेक्निक इस्तेमाल करके ये जंगल उगाए जाते हैं। वो टेक्निक क्या है? ਜੀ ਬਿਲਕੁਲ ਮਿਸਾਲ ਤੌਰ 'ਤੇ ਇਸ ਜਗ੍ਹਾ ਦੇ ਉੱਤੇ ਅਸੀਂ ਪਹਿਲੇ 4 ਤੋਂ 6 ਫੁੱਟ ਜ਼ਮੀਨ ਜਿਹੜੀ ਹੈ ਉਹਨੂੰ ਅਸੀਂ ਥੱਲੇ ਖੋਦਿਆ, ਉਹਦੀ ਮਿੱਟੀ ਬਾਹਰ ਕੱਢੀ, ਉਹਦੇ ਅੰਦਰ ਅਸੀਂ ਫਿਰ ਮੱਡ ਪਾਇਆ। ਮੱਡ ਜਿਹੜਾ ਹੁੰਦਾ ਨਾ ਗੰਨਾ, ਜਦੋਂ ਉਹਨੂੰ ਰੋ ਕੱਢ ਲਿਆ ਜਾਂਦਾ ਚੀਨੀ ਵਾਸਤੇ ਤਾਂ ਉਹਦਾ ਜਿਹੜਾ ਬਾਕੀ ਫੋਕ ਬਚਦਾ ਉਹਨੂੰ ਜਿਹੜਾ ਨਾ ਉਹ ਇਸਤੇਮਾਲ ਹੋਇਆ। ਫਿਰ ਤੂੜੀ ਇਸਤੇਮਾਲ ਹੋਈ। ਇਹਦੇ ਅੰਦਰ ਫਿਰ ਜਿਹੜੇ ਗੰਦੇ ਫਲ ਜਿਹੜੇ ਹੁੰਦੇ ਸਨ ਉਹਨਾਂ ਨੂੰ ਅਸੀਂ ਉਹਨਾਂ ਦਾ ਇੱਕ ਲਾਹਨ ਤਿਆਰ ਕੀਤਾ
ਬਿਲਕੁਲ ਉਹਦੀ ਖੁਸ਼ਬੂ ਜਿਹੜੀ ਹੈ ਉਹ ਸ਼ਰਾਬ ਵਰਗੀ ਹੋ ਜਾਂਦੀ ਹੈ। ਉਹ ਲਾਹਨ ਜਿਹੜਾ ਹੈ ਉਹ ਇਹਨਾਂ ਪੌਦਿਆਂ ਨੂੰ ਅਸੀਂ ਪਾਇਆ। ਤੋ ਇਹ 1 ਸਾਲ ਦੇ ਅੰਦਰ ਅੰਦਰ ਹੀ ਇਹਨਾਂ ਨੇ ਇੰਨੀ ਗਰੋਥ ਕੀਤੀ ਕਿ ਇਹ ਪੂਰਾ ਇੱਕ ਇੰਝ ਲੱਗਦਾ ਸੀ ਕਿ ਜਿਸ ਤਰ੍ਹਾਂ ਇਹ ਕੋਈ 30 ਸਾਲ ਪੁਰਾਣਾ ਜੰਗਲ ਹੈਗਾ। ਗਰੋਥ ਬਹੁਤ ਤੇਜ਼ੀ ਨਾਲ ਕੀਤੀ। ਫਿਰ ਇੱਕ ਇਹਦੇ 'ਚ ਹੋਰ ਵੀ ਹੈ ਕਿ ਇਹਦੇ ਪੱਤੇ ਜਿਹੜੇ ਨੇ ਉਹਨਾਂ ਨੂੰ ਅਸੀਂ ਬਿਲਕੁਲ ਕਦੇ ਨਹੀਂ ਬਾਹਰ ਕੱਢਿਆ। ਬਾਰਿਸ਼ ਪੈਂਦੀ ਹੈ ਉਹ ਪੱਤੇ ਜਿਹੜੇ ਨੇ ਗਲਦੇ ਸੜਦੇ ਨੇ ਔਰ ਇਹਦਾ ਖਾਦ ਦਾ ਹਿੱਸਾ ਬਣਦੇ ਨੇ। ਨਾ ਸਿਰਫ ਖਾਦ ਬਣਦੇ ਨੇ ਬਲਕਿ ਉਹ ਬੈਕਟੀਰੀਆ ਇਹਦੇ 'ਚ ਪੈਦਾ ਹੁੰਦੇ ਨੇ ਜਿਹੜੇ ਇਹਨਾਂ ਦੀ ਬੜੋਤਰੀ ਵਾਸਤੇ ਬਹੁਤ ਲਾਹੇਵੰਦ ਹੁੰਦੇ ਨੇ। ਬੈਕਟੀਰੀਆ ਦੇ ਨਾਲ ਉਹ ਕੀੜੇ ਜਿਹੜੇ ਕੀੜੇ ਅਸੀਂ ਸਪਰੇਅ ਕਰਕੇ ਮਾਰ ਦਿੰਦੇ ਹਾਂ ਉਹ ਤੁਹਾਨੂੰ ਇਸ ਜੰਗਲ ਦੇ ਵਿੱਚੋਂ ਵਾਫਰ ਮਿਕਦਾਰ 'ਚ ਮਿਲਣਗੇ। ਗਡੋਇਆ ਵਾਫਰ ਮਿਕਦਾਰ 'ਚ ਮਿਲੇਗਾ ਔਰ ਉਹ ਇੱਥੇ ਜ਼ਿੰਦਾ ਰਹਿੰਦੇ ਨੇ। ਨਾ ਸਿਰਫ ਉਹ ਖੁਦ ਜ਼ਿੰਦਾ ਰਹਿੰਦੇ ਨੇ ਬਲਕਿ ਉਹ ਇਹਨਾਂ ਦੀ ਨਸ਼ੋਨੁਮਾ ਵੀ ਕਰਦੇ ਨੇ। ਤੋ ਇਹਨਾਂ ਦੀ ਸਾਰੀ ਜਿਹੜੀ ਨਸ਼ੋਨੁਮਾ ਹੈ ਉਹ ਸਾਰੀ ਦੀ ਸਾਰੀ ਨੈਚੁਰਲ ਹੈਗੀ ਹੈ, ਆਪਣੇ ਬਿਲਕੁਲ ਕੁਦਰਤੀ ਮਾਹੌਲ 'ਚ। ਇਹਦੇ ਵਾਸਤੇ ਕੋਈ ਖਾਦ ਨਹੀਂ, ਕੋਈ ਕੁਛ ਨਹੀਂ। ਇਹ ਆਪਣਾ ਹੀ ਪੱਤੇ ਦੇਖ ਕੇ ਤਾਂ ਹਰ ਸਾਲ ਉਹਦੇ 'ਚ ਆਪੇ ਹੀ ਆਪਣੀ ਖੁਰਾਕ ਹਾਸਲ ਕਰਦੇ ਨੇ। ਇਸ ਵਾਸਤੇ ਇਹਦੇ 'ਚ ਅਨਨੈਚੁਰਲ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ इस्तेमाल नहीं होंगी। मतलब आप इसको आर्टिफिशियल फॉरेस्ट भी नहीं कह सकते कि ये चूँकि नेचुरल और ऑर्गेनिक जो फर्टिलाइजर्स हैं उनके इस्तेमाल से इनको उगाया जाता है। ऑर्गेनिक 100% ऑर्गेनिक और ये आर्टिफिशियल भी नहीं है। आर्टिफिशियल अगर होए तो ਉਹਦੇ ਵਾਸਤੇ ਤੇ ਟੈਕਨੀਕ ਵਰਤਦੇ ਨੇ ਜੀ 4-4 ਫੁੱਟ ਤੇ 5-5 ਫੁੱਟ ਤੇ। ਇਹ ਤੇ ਅਸੀਂ 2-2 ਫੁੱਟ ਤੇ ਲਾਏ ਹੋਏ ਨੇ ਔਰ ਉਹਨਾਂ ਦੇ ਇੱਕ ਦੂਜੇ ਦੇ ਵਿੱਚ ਫਸੇ ਹੋਏ ਨੇ। ਤੁਸੀਂ ਇੱਕ ਦਰਖਤ ਨੂੰ ਹੱਥ ਪਾਓ ਤਾਂ ਪਤਾ ਲੱਗਦਾ 10 ਦਰਖਤਾਂ ਦੇ ਜਿਹੜੇ ਨੇ ਉਹ ਟਾਹਣੀਆਂ ਜਾਂ ਪੌਦੇ ਪੱਤੇ ਜਿਹੜੇ ਨੇ ਤੁਹਾਡੇ ਹੱਥ ਦੇ ਵਿੱਚ ਆ ਗਏ ਨੇ। ਸੋ ਇਹ ਇੱਕ ਬਿਲਕੁਲ ਨੈਚੁਰਲ ਗਰੋਥ ਜਿਹੜੀ ਹੈ ਇਹ ਉਹਦੇ ਤੇ ਬੇਸ ਕਰਦਾ ਕਿ ਇਹਦੀ ਹਰ ਚੀਜ਼ ਜਿਹੜੀ ਹੈ ਨੈਚੁਰਲ ਹੋਵੇ ਔਰ ਹਰ ਚੀਜ਼ ਜਿਹੜੀ ਆਰਗੈਨਿਕ ਹੋਵੇ ਔਰ ਫਿਰ ਹੀ ਇਹ ਗਰੋਥ ਕਰਦਾ ਹੈ ਔਰ ਫਲ ਵੀ ਦਿੰਦੇ ਨੇ। ਜਿਹੜੇ ਪੌਦੇ ਹਵਾ ਦੇ ਵਿੱਚ ਜਾਂ ਮਸਨ ਸਾਡਾ ਲਸੂੜਾ ਹੈਗਾ ਇਹ ਕਈ ਮਨ ਸਾਨੂੰ ਸਾਲ ਦਾ ਫਲ ਵੀ ਦਿੰਦਾ ਲਸੂੜਾ। ਇਸੇ ਤਰ੍ਹਾਂ ਬਾਕੀ ਜਿਹੜੇ ਪੌਦੇ ਬਾਹਰ ਲੱਗੇ ਹੋਏ ਨੇ ਉਹ ਸਾਨੂੰ ਦਿੰਦੇ ਨੇ। अच्छा, आपने घर के अंदर जो है ये जंगल उगा लिया है, कितनी ज़मीन यहाँ पे डेडिकेट की है? अपनी ज़मीन आपने दी है जंगल उगाने के लिए। क्या घर में जंगल लगाने से कोई दूसरे सांप और हशरातुल अर्ज़ नहीं आते? नहीं देखो हशरातुल अर्ज़ ਜਿਹੜੇ ਨੇ ਉਹ ਫਿਤਰਤ ਦਾ ਕੁਦਰਤ ਦਾ ਹਿੱਸਾ ਨੇ ਔਰ ਉਹਨਾਂ ਨੂੰ ਅਗਰ ਅਸੀਂ ਮਾਰਾਂਗੇ ਤਾਂ ਇੱਕ ਸਾਨੂੰ ਬਹੁਤ ਸਮਝਿਆ ਜਾਂਦਾ ਹੈ ਕਿ ਜੀ ਸੱਪ ਬਹੁਤ ਮੂਜ਼ੀ ਔਰ ਉਹਨੂੰ ਜਨਾਬ ਮਾਰ ਦਿਓ। ਭਈ ਉਹਦੇ ਮਾਰਨ ਦੇ ਨਾਲ ਹੋਰ ਕਿੰਨੀਆਂ ਚੀਜ਼ਾਂ ਮਰ ਜਾਣਗੀਆਂ ਜਿਹੜੀਆਂ ਉਹਦੇ ਨਾਲ ਰਿਲੇਟਡ ਨੇ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਫਾਇਦਾ ਦਿੰਦੀਆਂ ਨੇ। ਮਸਲਨ ਮਿਸਾਲ ਦੇ ਤੌਰ ਤੇ ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਇਹਦੇ 'ਚ ਇੱਕ ਮਿਸਾਲ ਦਿੰਦਾ ਕਿ ਇੱਕ ਪਰਿੰਦਾ ਸੀ, ਉਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਗਿਰਝ, ਠੀਕ ਹੈ ਜੀ, ਅੰਗਰੇਜ਼ੀ 'ਚ ਪਤਾ ਨਹੀਂ ਕੀ ਕਹਿੰਦੇ ਨੇ। ਉਹ ਜਿਹੜਾ ਪਰਿੰਦਾ ਹੈ ਉਹ ਸਮਝੋ ਕਿ ਜਦੋਂ ਜੰਗਲ 'ਚ ਔਰ ਬਾਹਰ ਜਿਹੜੇ ਜਾਨਵਰ ਮਰ ਜਾਂਦੇ ਸੀ ਨਾ ਉਹ ਸਿਰਫ ਮੁਰਦਾਰ ਦਾ ਗੋਸ਼ਤ ਖਾਂਦਾ ਸੀ। ਜਦੋਂ ਉਹ ਮੁਰਦਾਰ ਨੂੰ ਅਸੀਂ ਉਹਨੂੰ ਆਪਣੇ ਜਾਨਵਰਾਂ ਨੂੰ ਇੰਜੈਕਸ਼ਨ ਦੇਣੇ ਸ਼ੁਰੂ ਕਰਤੇ ਜ਼ਿਆਦਾ ਦੁੱਧ ਲੈਣ ਵਾਸਤੇ ਔਰ ਉਹਦੇ ਨਾਲ ਗੁਰਦੇ ਉਹਨਾਂ ਦੇ ਫੇਲ ਹੋਏ, ਉਹ ਮਰੇ। ਉਹਨਾਂ ਦਾ ਗੋਸ਼ਤ ਜਿਹੜਾ ਸੀ ਉਹਨਾਂ ਨੇ ਖਾਧਾ, ਉਹ ਚੀਲ ਨੇ ਖਾਧਾ। ਉਹਨਾਂ ਦੇ ਖਾਣ ਦੇ ਨਾਲ ਉਹਨਾਂ ਦੇ ਗੁਰਦੇ ਫੇਲ ਹੋ ਗਏ ਔਰ ਇੱਕ ਪੂਰੀ ਨਸਲ ਜਿਹੜੀ ਹੈ ਉਹਨਾਂ ਪਰਿੰਦਿਆਂ ਦੀ ਅਸੀਂ ਆਪਣੇ ਹੱਥੀਂ ਖਤਮ ਕਰ ਦਿੱਤੀ, ਜਿਹੜੇ ਕਿ ਪੂਰੀ ਫਜ਼ਾ ਨੂੰ ਬਦਬੂ ਤੋਂ ਔਰ ਗਲਣ ਸੜਨ ਵਾਲੀਆਂ ਚੀਜ਼ਾਂ ਤੋਂ ਪਾਕ ਕਰਦੇ ਸਨ। ਅੱਜ ਪੂਰੀ ਦੁਨੀਆ ਉਹਨਾਂ ਪਰਿੰਦਿਆਂ ਨੂੰ ਸੰਭਾਲਣ ਵਾਸਤੇ ਲੱਗੀ ਹੋਈ ਹੈ। ਕਿਤੇ ਯੂਨਾਈਟਿਡ ਨੇਸ਼ਨ ਔਰ ਕਿਤੇ ਬਹੁਤ ਵੱਡੇ ਅਦਾਰੇ ਜਿਹੜੇ ਨੇ ਉਹ ਇਹਨਾਂ ਨੂੰ ਸੰਭਾਲਣ 'ਚ ਲੱਗੇ ਹੋਏ ਨੇ। ਪਾਕਿਸਤਾਨ ਦੇ ਵਿੱਚ ਥਰਪਾਰਕਰ ਦਾ ਇੱਕ ਐਸਾ ਏਰੀਆ ਹੈਗਾ ਜਿੱਥੇ ਕੁਝ ਅੱਜ ਵੀ ਪਰਿੰਦੇ ਜ਼ਿੰਦਾ ਨੇ ਔਰ ਗੌਰਮੈਂਟ ਉਹਨਾਂ ਨੂੰ ਪਾਲਣ ਵਾਸਤੇ ਪੂਰੀ ਤਗਦੋ ਕਰ ਰਹੀ ਹੈ ਤਾਂ ਕਿ ਬਚਣ ਔਰ ਮਾਹੌਲ ਨੂੰ ਸਾਫ਼ ਕਰਨ ਔਰ ਆਪਣਾ ਖਰਚਾ ਕਰਕੇ। ਹੁਣ ਤੁਸੀਂ ਦੇਖੋ ਕਿ ਮਾਹੌਲ ਨੂੰ ਸਾਫ਼ ਕਰਨ ਵਾਲਾ ਇੱਕ ਪਰਿੰਦਾ ਜਿਹੜਾ ਹੈ ਅਗਰ ਅਸੀਂ ਉਹਦੀ ਨਸਲ ਖਤਮ ਕਰ ਦਿੱਤੀ ਹੈ ਤਾਂ ਸਾਡੇ ਮਾਹੌਲ ਨਾਲ ਕੀ ਬਣਿਆ? ਇਹ ਆਪ ਗਿੱਧ ਕੀ ਬਾਤ ਨਹੀਂ ਕਰ ਰਹੇ? ਗਿੱਧ ਜਿਹਨੂੰ ਗਿੱਧ ਕਿਹਾ ਜਾਂਦਾ ਤਾਂ ਉਹ ਗਿੱਧ ਜਿਹੜੀ ਹੈਗੀ ਹੈ ਉਹ ਬਿਲਕੁਲ ਦੇਖੋ ਨਾਪੈਦ ਹੋ ਗਈ ਔਰ ਉਹਦੇ ਨਾਲ ਮਾਹੌਲ ਸਾਡਾ ਖਰਾਬ ਹੋ ਗਿਆ। ਸੋ ਇਸੇ ਤਰ੍ਹਾਂ ਇਹ ਹਸ਼ਰਾਤੁਲ ਅਰਜ਼ ਜਿਹੜੇ ਨੇ, ਠੀਕ ਹੈ ਕਿ ਉਹ ਇਹਨਾਂ ਦੀ ਫਿਤਰਤ ਹੈ ਕਿ ਉਹਨਾਂ ਦੇ ਅੰਦਰ ਜ਼ਹਿਰ ਵੀ ਹੈ। ਉਹਦੇ ਤੋਂ ਕਿੰਨੀਆਂ ਦਵਾਈਆਂ ਬਣਦੀਆਂ ਨੇ, ਸੱਪ ਦੇ ਜ਼ਹਿਰ ਤੋਂ ਕਿੰਨੀਆਂ ਦਵਾਈਆਂ ਬਣਦੀਆਂ ਨੇ, ਠੂਵੇਂ ਦਾ ਜ਼ਹਿਰ ਜਿਹੜਾ ਉਹਦੇ ਤੋਂ ਕਿੰਨੀਆਂ ਦਵਾਈਆਂ ਬਣਦੀਆਂ ਨੇ। ਸੋ ਇਹ ਚੀਜ਼ ਅਸੀਂ ਅਗਰ ਖਤਮ ਕਰ ਦਿਆਂਗੇ ਤਾਂ ਕੀ ਅਸੀਂ ਕੁਦਰਤ ਨੂੰ ਖਤਮ ਨਹੀਂ ਕਰਦੇ, ਫਿਤਰਤ ਦੇ ਅਗੇਂਸਟ ਨਹੀਂ ਜਾਵਾਂਗੇ?
सो बेसिकली मियावाकी जंगल जो एक लगाने का आइडिया और टेक्निक है, इससे ना सिर्फ आप माहौलियाती जो बदलाव आ रहा है उसको भी रजिस्ट कर रहे हैं, बल्कि एक नेचुरल इकोसिस्टम भी दे रहे हैं बहुत सारी स्पीशीज़ को। ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਦੇ ਰਹੇ ਹੈਗੇ ਆ। ਔਰ ਫਿਰ ਇਹ ਹੈਗਾ ਹੈ ਕਿ ਸਾਡੇ ਜਿਹੜੇ ਮਿਸਾਲ ਤੌਰ ਤੇ ਇੱਥੇ ਸਾਡਾ ਇੱਕ ਬੜਾ ਵੱਡਾ ਮਸਲਾ ਪੈਦਾ ਹੋ ਗਿਆ। ਅਸੀਂ ਬਾਹਰੋਂ ਬੜੇ ਸੋਹਣੇ ਸੋਹਣੇ ਦਰਖਤ ਲੈ ਕੇ ਆਉਂਦੇ ਹਾਂ ਕਿ ਜੀ ਬਹੁਤ ਚੰਗੇ ਲੱਗਦੇ ਨੇ, महंगे भी होते हैं। ਉਹ ਮਹਿੰਗੇ ਵੀ ਬਹੁਤ ਹੁੰਦੇ ਨੇ, ਲੇਕਿਨ ਉਹ ਦਰਖਤ ਸਾਡੇ ਮਾਹੌਲ ਦੇ ਮੁਤਾਬਕ ਨਹੀਂ ਹੈਗੇ, ਸਾਡੇ 'ਚ ਬਿਮਾਰੀਆਂ ਪੈਦਾ ਕਰਦੇ ਨੇ। ਜਿਸ ਤਰ੍ਹਾਂ ਕਿ ਇਸਲਾਮਾਬਾਦ ਦੇ ਵਿੱਚ ਚਲੋ ਉਹ ਜਿਹੜੇ ਜੰਗਲੀ ਉੱਤੇ ਨੇ ਪੌਦੇ ਲਾਏ ਸੀ ਉਹਨਾਂ ਨੂੰ ਕੱਟਣਾ ਪੈ ਗਿਆ। ਫਿਰ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਸਫੇਦਾ ਜਿਹੜਾ ਹੈਗਾ ਸਾਡੇ ਪਾਣੀ ਖਿੱਚ ਕੇ ਉੱਤੇ ਸੁੱਟ ਦਿੰਦਾ ਫਜ਼ਾ ਦੇ ਵਿੱਚ, ਅੱਜ ਅਸੀਂ ਉਹਨੂੰ ਖਤਮ ਕਰ ਰਹੇ ਹੈਗੇ ਆ। ਬਾਹਰੋਂ ਆਉਣ ਵਾਲੇ ਜਿਹੜੇ ਦਰਖਤ ਨੇ ਉਹ ਸਾਡੀ ਜ਼ਮੀਨ ਦੇ ਨਾਲ ਨਹੀਂ, ਲੇਕਿਨ ਜਿਹੜੇ ਜ਼ਮੀਨ ਦੇ ਨੇ, ਜਿਹੜੇ ਇਸ ਧਰਤੀ ਦੇ ਪੁੱਤਰ ਨੇ, ਧੀਆਂ ਨੇ, ਔਲਾਦ ਇਸ ਧਰਤੀ ਦੀ, ਉਹਨੂੰ ਅਸੀਂ ਮਾਰ ਰਹੇ ਹਾਂ। ਇਸ ਤਰੀਕੇ ਦੇ ਨਾਲ ਇਹ ਜ਼ਿੰਦਾ ਬਚ ਜਾਣਗੇ ਔਰ ਇਹ ਸਾਰੀਆਂ ਜਿਹੜੀਆਂ ਸਾਨੂੰ ਵੱਖਰੀਆਂ ਵੱਖਰੀਆਂ ਪ੍ਰਜਾਤੀਆਂ ਨਜ਼ਰ ਆਉਂਦੀਆਂ ਨੇ, ਇਹ ਸਾਡੇ ਵਾਸਤੇ ਬਹੁਤ ਆਉਣ ਵਾਲੀਆਂ ਨਸਲਾਂ ਵਾਸਤੇ ਅਸੀਂ ਵਿਖਾ ਸਕਾਂਗੇ ਕਿ ਇਹ ਸਾਡਾ ਜੰਮੂ ਸੀ, ਇਹ ਸੁਹਾਜਣਾ ਸੀ, ਇਹ ਜਨਾਬ ਅੰਬ ਸੀ ਔਰ ਇਹਦੀਆਂ ਇਹ ਕਿਸਮਾਂ ਸਨ। ਇਹ ਸਾਰਾ ਕੁਝ ਅਸੀਂ ਵਿਖਾ ਸਕਦੇ। अच्छा, ये जो मियावाकी जंगल है, ये तो देखने में ऐसे लगता है जैसे अमेज़न के वो घने जंगलात नहीं है कि अंदर रोशनी भी नहीं जा सकती, रास्ता भी नहीं नज़र आता, तो ये घर के पास इनसे वो डर वगैरह नहीं आता, डरावनी सी फीलिंग है? ऐसी कोई चीज़ नहीं गी। और ਤੁਹਾਡੇ ਕੋਲ ਅਗਰ 5 ਮਰਲੇ ਜਗ੍ਹਾ ਫालतू ਹੈ ਤੇ ਤੁਸੀਂ ਆਪਣੇ ਘਰ ਦੇ ਵਿੱਚ ਇਹ ਜੰਗਲ ਲਾਓ 5 ਮਰਲੇ ਦੇ ਅੰਦਰ। कैसे लगाया जा सकता है मियावाकी जंगल अपने घर में? ਜੀ ਘਰ ਦੇ ਵਿੱਚ ਬਿਲਕੁਲ ਇਸੇ ਟੈਕਨੀਕ ਦੇ ਨਾਲ ਜ਼ਮੀਨ ਖੋਦੋ, ਉਹਦੇ 'ਚ ਸਾਰੀਆਂ ਚੀਜ਼ਾਂ ਪਾਓ ਔਰ ਉਹਨੂੰ ਬਣਾਓ ਔਰ ਇਹਦੇ ਨਾਲ ਤੁਹਾਨੂੰ ਇੱਕ ਪਾਸੇ ਫਲ ਮਿਲੇਗਾ, ਦੂਸਰੀ ਸਾਈਡ ਤੇ ਤੁਹਾਡੇ ਪਰਿੰਦੇ ਜਿਹੜੇ ਤੁਹਾਡੇ ਨਾਲੋਂ ਯਾਰ ਰੁੱਸ ਕੇ ਚਲੇ ਗਏ ਨੇ ਉਹ ਤੁਹਾਡੇ ਕੋਲ ਵਾਪਸ ਆ ਜਾਣਗੇ। ਹੁਣ ਤੁਸੀਂ ਦੇਖੋ ਕਿ ਇੱਥੇ ਸਵੇਰ ਦੇ ਟਾਈਮ ਤੇ ਐਸੇ ਪਰਿੰਦੇ ਜਿਹੜੇ ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਵੇਖੇ 60-70 ਸਾਲ ਦੀ ਉਮਰ ਦੇ ਵਿੱਚ, ਉਹ ਮੈਂ ਸਵੇਰ ਦੇਖ ਲਿਆ ਇੱਥੇ ਰੋਜ਼। कौन कौन से ऐसे? ਮਿਸਾਲ ਦੇ ਤੌਰ 'ਤੇ ਤੁਸੀਂ ਚਾਈਨੀਜ਼ ਪਰਿੰਦੇ ਇੱਕ ਵੇਖੇ ਹੋਣਗੇ, ਬੜੇ ਲੰਬੀ ਲੰਬੀ ਚੋਂਜ ਔਰ ਪਿੱਛੇ ਬਹੁਤ, ਉਹ ਅੱਜ ਕੱਲ੍ਹ ਉਹਨਾਂ ਦਾ ਮੌਸਮ ਹੈ, ਉਹ ਆ ਕੇ ਇੱਥੇ ਰਹਿ ਰਹੇ ਨੇ ਸਾਡੇ ਜੰਗਲ ਦੇ ਵਿੱਚ। ਮੌਸਮ ਮੁੱਕੇਗਾ ਉਹ ਅੱਗੇ ਚਲੇ ਜਾਣਗੇ। बच्चे भी देते हैं यहाँ? ਬੱਚੇ ਵੀ ਦਿੰਦੇ ਨੇ ਜੀ, ਬੱਚੇ ਵੀ ਦਿੰਦੇ ਨੇ। ਔਰ ਉਹ ਪਰਿੰਦੇ ਜਿਹੜੇ ਨੇ, ਜਿਹੜੇ ਸਾਡੇ ਇਸ ਜ਼ਮੀਨ ਦੇ ਵੀ ਨਹੀਂ ਹੈਗੇ, ਜਿਨ੍ਹਾਂ ਨੂੰ ਅਸੀਂ ਪਰਦੇਸੀ ਪਰਿੰਦੇ ਕਹਿੰਦੇ ਹਾਂ, ਉਹ ਆ ਕੇ ਇੱਥੇ ਆਬਾਦ ਹੁੰਦੇ ਨੇ ਔਰ ਫਿਰ ਅੱਗੇ ਚਲੇ ਜਾਂਦੇ ਨੇ। और दुआएं भी देते हैं आप? ਆਵਾਜ਼ ਦਿੰਦੇ ਨੇ, ਉਹਨਾਂ ਦੀ ਨਸਲ ਵੀ ਵੱਧ ਰਹੀ ਹੈ ਔਰ ਅਸੀਂ ਵੀ ਵੱਧ ਰਹੇ ਹਾਂ। अच्छा, जिस तरह आपने बताया ना कि सुबह सुबह आप आवाज़ें सुनते हैं, नित नए परिंदे देखते हैं, देखिए एक मतलब मैं मंजर खींचता हूँ, उसकी जमालियात पे आपने बात करनी है कि घर के बाजू में आपने एक जंगल उगा दिया, 1.5 कनाल की ज़मीन इस काम के लिए वक्फ कर दी कि वहाँ पे जंगल उगाया जाए, वहाँ पे मुख्तलिफ़ परिंदे आते हैं, वहाँ पे मुख्तलिफ़ फलदार और फूलदार और खुशबूदार पौधे हैं। जब आप सुबह सुबह उठते हैं तो क्या मंजर होता होगा? मतलब बीइंग अ राइटर, एक जमालियात को पसंद करने वाले इंसान के, अगर उस मंजर को अगर आप हमारे सामने खींच के रख दे तो बड़ा लुत्फ़ आएगा। ਦੇਖੋ ਜੀ, ਇੱਕ ਮੰਜ਼ਰ ਹੋਇਆ ਜਿਹੜਾ ਹੀਰ ਵਾਰਿਸ ਸ਼ਾਹ ਦੇ ਅੰਦਰ ਵਾਰਿਸ ਸ਼ਾਹ ਨੇ ਖਿੱਚਿਆ, ਇੱਕ ਪਿੰਡ ਦਾ, ਇੱਕ ਦਿਹਾਤ ਦਾ। ਇਹ ਜਿਹੜਾ ਮੰਜ਼ਰ ਹੈ ਨਾ, ਚਿੜੀ ਚੂਕਦੀ ਨਾਲ ਜੋ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਜਦੋਂ ਸਵੇਰ ਚਿੜੀ ਚੂਕਦੀ ਹੈ ਤਾਂ ਉਸ ਵਕਤ ਸਾਨੂੰ ਪਤਾ ਚੱਲਦਾ ਕਿ ਇਸ ਵਕਤ ਰਾਤ ਦੇ 3 ਵੱਜ ਚੁੱਕੇ ਨੇ, 4 ਵੱਜ ਗਏ ਨੇ। ਉਹਨਾਂ ਨੇ ਆਪਣੇ ਟਾਈਮ 'ਤੇ ਆਵਾਜ਼ ਦੇਣੀ ਹੈ ਔਰ ਅਸੀਂ ਉਹਦੀ ਆਵਾਜ਼ ਦੇ ਨਾਲ ਸਾਡੇ ਕੰਨ 'ਚ ਅਗਰ ਪੈ ਜਾਵੇ ਤਾਂ ਅਸੀਂ ਉੱਠਦੇ ਹਾਂ। ਫਿਰ ਇਹ ਵੀ ਹੈ ਕਿ ਇਹਨਾਂ ਪਰਿੰਦਿਆਂ ਦੇ ਨਾਲ ਔਰ ਇਹਨਾਂ ਦਰਖਤਾਂ ਦੀ ਜਿਹੜੀ ਸਰਸਰਾਹਟ ਹੈਗੀ ਹੈ, ਉਹ ਇੱਕ ਐਸਾ ਕੁਦਰਤੀ ਸਾਜ਼ ਹੈ ਕਿ ਉਸ ਸਾਜ਼ ਨੂੰ ਤੁਸੀਂ ਕਿਸੇ ਸਾਜ਼ 'ਤੇ ਵਜਾਉਣਾ ਵੀ ਚਾਹੋ ਤੇ ਨਹੀਂ ਵਜਾ ਸਕਦੇ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਹਾਡੇ ਆਪਣੇ ਸਾਹ ਦੀ ਆਵਾਜ਼ ਤੁਸੀਂ ਸਿਰਫ ਮਹਿਸੂਸ ਕਰ ਸਕਦੇ ਹੋ, ਉਹਨੂੰ ਸੁਣ ਨਹੀਂ ਸਕਦੇ। ਤਾਂ ਇਸੇ ਤਰ੍ਹਾਂ ਹੀ ਇਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਰੰਗ ਬਰੰਗੀਆਂ ਆਵਾਜ਼ਾਂ ਫਿਤਰਤ ਦੇ ਇੰਨੇ ਨਜ਼ਦੀਕ ਲੈ ਜਾਂਦੀਆਂ ਨੇ ਕਿ ਤੁਸੀਂ ਪੌਦਿਆਂ ਦੀ ਖੁਸ਼ਬੂ, ਪਰਿੰਦਿਆਂ ਦੀ ਚਹਿਕ, ਬਾਰਿਸ਼ ਦਾ ਪੈਣਾ, ਹਵਾ ਦਾ ਚੱਲਣਾ, ਇਹ ਉਹ ਸਾਜ਼ ਨੇ ਜਿਹੜੇ ਅਸੀਂ इंस्ट्रूमेंट ਦੇ ਉੱਤੇ नहीं बजा सकते। वाह वाह, क्या कहने। ये इतना घना जंगल, इतना पुराना लग रहा है, इसको लगाए कितना अरसा हो गया? इस सिर्फ 5वां साल है। और ये लग रहा है जैसे 20-30 साल। ਹੁਣ ਤੁਸੀਂ ਇਹਦੇ ਅੰਦਰ ਲੰਘ ਕੇ ਮੈਨੂੰ ਵਿਖਾ ਦਿਓ। अच्छा, रास्ता ही नहीं है? ਰਸਤਾ ਹੈ, ਬਣਾਇਆ ਅਸੀਂ, ਲੇਕਿਨ ਤੁਹਾਡੇ ਮੂੰਹ ਦੇ ਉੱਤੇ ਵਿੱਚ ਉਹ ਵੱਜਣਗੀਆਂ ਔਰ ਫਿਰ ਪਰਿੰਦਿਆਂ ਦੇ ਆਲਣੇ ਵਿੱਚ ਹੋਰ ਬਹੁਤ ਕੁਝ ਹੈ। ਤੁਸੀਂ ਦੇਖੋ ਤੇ ਇੱਕ ਪੂਰਾ
ਛੋਟਾ ਜਿਹਾ ਜੰਗਲ ਜਹਾਨਾਬਾਦ ਹੈ। ਜਹਾਨਾਬਾਦ ਹੈ, ਔਰ ਫਿਰ ਇਹਨੂੰ ਤੁਸੀਂ ਇਹਦੇ ਅੰਦਰ ਤੁਸੀਂ ਜਿਹੜਾ ਨਾ ਆਪਣੇ ਘਰ ਦੇ ਵਿੱਚ ਹੀ अगर कोई हॉरर फिल्म बनाना चाहो वो भी बना सकते हैं ਇਹਦੇ ਵਿੱਚ। वाह वाह वाह। मतलब इस मियावाकी टेक्निक से अब जब यहाँ पे जंगलात को जो है वो उखाड़ा जा रहा है, काटा जा रहा है, तो आप शहर में रहते हुए अपने घर में भी ऐसा एक जंगल उगा सकते जंगल उगा सकते हो और ये जंगल फिट रहते हैं। हैं। अंदाजन कितना को खर्चा हो जाता है इस टेक्निक को इस्तेमाल करते हुए लगाने में, जंगल लगाने में? यार कोई बहुत ਜ਼ਿਆਦਾ ਖਰਚਾ ਨਹੀਂ ਹੁੰਦਾ, ਇੰਨਾ ਕੋ ਖਰਚਾ ਹੁੰਦਾ ਹੈ ਕਿ ਤੁਸੀਂ ਅਗਰ 1 ਮਹੀਨਾ ਕਹਿ ਦੋ ਬਣਾ ਕੇ ਜੀ ਅਸੀਂ ਹੋਟਲ 'ਚ ਨਹੀਂ ਕਰਨੀ, ਘਰ ਦਾ ਖਾਣਾ ਖਾਣਾ ਹੈ ਤੇ ਬਾਕੀ ਜਿਹੜੇ ਪੈਸੇ ਬਚਣਗੇ ਜੰਗਲ ਲਾ ਸਕਦੇ ਹੋ ਤੁਸੀਂ। वाह वाह वाह, बहुत शुक्रिया आपकी कीमती मालूमात के लिए। तो नाजरीन, आपने देखा कि मौजूदा दौर में हमें जो एक क्लाइमेट चेंज के इश्यूज़ का भी सामना करना पड़ रहा है, वहाँ पर मियावाकी टेक्निक से जो जंगलात उगाने की ये ख़ास टेक्नोलॉजी ये पूरी दुनिया में मकबूल आम होती जा रही है, और इस टेक्नोलॉजी के ज़रिए आप बहुत कम अरसे में बहुत बड़े जो दरख्त हैं वो अपने घर के बाजू भी उगा सकते हैं और इन जंगलात को फैला भी सकते हैं। मुझे उम्मीद है कि आपको हमारी ये वीडियो पसंद आई होगी। इसके साथ ही मुझे दीजिए इजाज़त, देखते रहिए आज़ाद डिजिटल।